Shri Nanak Pad Pankaj Vandan Pad Pankaj Vandana Simaro Angad Dukh Nibandana Amar Das Gur Hridaya Hridaya Ramdas Gun Gavo Shri Arjuna Vignan Ke Nashak Vignan Ke Nashak Har Gobind Subh Sumat Prakashak Shri Har Rai Namo Kar Jori Namo Kar Jori Gaur Har Krishna Manai Vihori Tek Bahadur Param Kirpala Param Kirpala Shri Guru Gobind Singh Visala Par Puna Puna Sisa Puna Puna Sisa Bar Bar Jagadisa जिस मन अमृत ज्ञान है नानक भगत विराग गुरु ग्रंथ साहिब ओदत बंदा कर अनुराग श्री गुर शब्द कमाए जिना जिंदे पंच विकार तिन संतन का वंदना सिर चरणन पर तार एकंकारा सतगुरु तेह प्रसाद सच हुए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए पतित पावन भक्त विश्व कृपा निधान रहता दे सागर मेरी पीढ़ी दे मालक साहिब श्री गुरु हरगोबिंद साहिब जियां दे पावन और पवित्र स्थान के ऊपर साहिब श्री गुरु ग्रंथ साहिब जियां दे चरण परसरे गुरु रूप गुरु खालसा साध संगत जी सतगुरां दी अपार कृपा बख्शिश रहमत दा सदका सतगुरां ने सत संगत दियां घड़ियां बख्शिश कीतियां ने ਅਤੇ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਜੋ ਚੱਲ ਰਹੀਆਂ ਨੇ ਸਮਾਂ ਹੋਇਆ ਹੈ ਆਓ ਮਨ ਚਿਤ ਵਿਰਤੀਆਂ ਇਕਾਗਰ ਕਰੀਏ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ ਪਾਈਏ ਆਗਿਆ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੱਲ੍ਹ ਦੇ ਦਿਨ ਦਾ ਬੀਤਿਆ ਹੋਇਆ ਇਤਿਹਾਸ ਹੈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗਰਾਦੀਪ ਦੇਸ਼ ਦੇ ਅੰਦਰ ਜੋ ਸਤਾਵਰ ਨਗਰ ਹੈ ਜਿੱਥੋਂ ਦਾ ਰਾਜਾ ਸ਼ਿਵਨਾਮ ਹੈ ਉਸ ਨੂੰ ਤਾਰਨ ਵਾਸਤੇ ਉਸ ਨੂੰ ਉਪਦੇਸ਼ ਦੇਣ ਵਾਸਤੇ ਗਏ ਨੇ ਜਦੋਂ ਰਾਜੇ ਨੇ ਸਤਿਗੁਰਾਂ ਅੱਗੇ ਬੇਨਤੀ ਕੀਤੀ ਹੈ ਕਿ ਮਹਾਰਾਜ ਮੇਰੇ ਜਿਹੜੇ ਜਨਮ ਮਰਨ ਦੇ ਬੰਧਨ ਕਲੇਸ਼ ਹਨ ਇਹ ਕੱਟ ਦਿਓ
ਸਤਿਗੁਰਾਂ ਨੇ ਰਾਜੇ ਤਾਈਂ ਕਿਹਾ ਹੈ ਕਿ ਰਾਜਾ ਇਹਨਾਂ ਜਨਮ ਮਰਨ ਦੀਆਂ ਬੰਧਨਾਂ ਦੇ ਵਿੱਚੋਂ ਜੇਕਰ ਨਿਕਲਣਾ ਹੈ ਤੇ ਸਭ ਤੋਂ ਪਹਿਲਾਂ ਤੈਨੂੰ ਆਪਣਾ ਮਨ ਨਿਰਮਲ ਕਰਨਾ ਹੋਵੇਗਾ। ਸਤਿਗੁਰਾਂ ਨੂੰ ਪੁੱਛਣ ਲੱਗਾ ਹੈ ਕਿ ਮਹਾਰਾਜ ਇਹ ਮਨ ਕਿਵੇਂ ਨਿਰਮਲ ਹੋਵੇਗਾ। ਸਤਿਗੁਰੂ ਜੀ ਕਹਿੰਦੇ ਮਨ ਨੂੰ ਨਿਰਮਲ ਕਰਨ ਦੇ ਦੋ ਰਸਤੇ ਨੇ, ਇੱਕ ਕਸ਼ਟ ਯੋਗ ਹੈ, ਇੱਕ ਭਗਤ ਯੋਗ ਹੈ। ਸਤਿਗੁਰਾਂ ਨੇ ਕਸ਼ਟ ਯੋਗ ਦੀ ਬਾਬਤ ਸਾਰਾ ਕੁਝ ਹੀ ਰਾਜੇ ਨੂੰ ਸਮਝਾਇਆ ਹੈ ਕਿ ਰਾਜਾ ਕਿਸ ਪ੍ਰਕਾਰ ਵਿਸ਼ਿਆਂ ਵਿਕਾਰਾਂ ਤੋਂ ਦੂਰ ਰਹਿਣਾ ਹੈ, ਕਿਸ ਪ੍ਰਕਾਰ ਸਬਰ ਸੰਤੋਖ ਦੀ ਜ਼ਿੰਦਗੀ ਜਿਉਣੀ ਹੈ, ਹਿੰਸਾ ਨਹੀਂ ਕਰਨੀ, ਅਹਿੰਸਕ ਬਣ ਕੇ ਰਹਿਣਾ ਹੈ। ਜਦੋਂ ਵੀ ਦਾਨ ਦੇਣਾ ਹੈ ਨਿਮਰਤਾ ਸਹਿਤ ਨੀਵੇਂ ਹੋ ਕੇ ਦਾਨ ਦੇਣਾ ਹੈ। ਇਸੇ ਪ੍ਰਕਾਰ ਸਤਿਗੁਰਾਂ ਨੇ ਪਦਮ ਆਸਣ ਸਿੱਧ ਆਸਣ ਦੀ ਬਾਬਤ ਸਮਝਾਇਆ ਹੈ। ਮਹਾਰਾਜ ਜੀਆਂ ਨੇ ਬਿਰਤੀਆਂ ਬਾਰੇ ਧਿਆਨਾਂ ਬਾਰੇ ਸਭ ਕੁਝ ਸਮਝਾਇਆ ਹੈ। ਕਸ਼ਟ ਯੋਗ ਸਮਝਾਉਣ ਤੋਂ ਬਾਅਦ ਮਹਾਰਾਜ ਜੀਆਂ ਨੇ ਭਗਤ ਯੋਗ ਦਾ ਰਸਤਾ ਦੱਸਿਆ ਹੈ। ਸਤਿਗੁਰੂ ਜੀ ਕਹਿੰਦੇ ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਇਹ ਜਿਹੜਾ ਭਗਤ ਯੋਗ ਹੈ ਇਹ ਕਰਨਾ ਸੁਖਾਲਾ ਹੈ। ਇਹਦੇ ਵੀ 8 ਅੰਗ ਹਨ। ਇਹਦੇ ਵਿੱਚ ਵੀ ਨਿਮਰਤਾ ਦਾ ਧਾਰਨੀ ਹੋਣਾ ਹੈ, ਜੋ ਆਪਣੇ ਵਿੱਚ ਗੁਣ ਹੋਣ, ਜੋ ਪਰਮੇਸ਼ਰ ਦੇ ਬਖਸ਼ੇ ਪਦਾਰਥ ਗੁਣ ਆਦਿਕ ਇਹਨਾਂ ਦਾ ਹੰਕਾਰ ਨਹੀਂ ਕਰਨਾ, ਨਿਮਰਤਾ ਸਹਿਤ ਰਹਿਣਾ। ਜੇਕਰ ਪਰਮੇਸ਼ਰ ਨੇ ਪੜ੍ਹਨ ਦੀ ਸ਼ਕਤੀ ਬਖਸ਼ੀ ਹੋਵੇ, ਜ਼ਬਾਨ ਰਸਨਾ ਦੇ ਵਿੱਚ ਕੁਝ ਪੜ੍ਹਨ ਦਾ ਬੋਲਣ ਦਾ ਬਲ ਹੋਵੇ ਨਾ ਰਾਜਾ ਸ਼ਗਨਾਲ ਤੇ ਹਮੇਸ਼ਾ ਹੀ ਗੁਰਬਾਣੀ ਪੜ੍ਹਨੀ। ਜੇਕਰ ਸਤਿਗੁਰਾਂ ਨੇ ਸੁਣਨ ਸ਼ਕਤੀ ਬਖਸ਼ੀ ਹੋਵੇ ਤੇ ਫਿਰ ਪਰਮੇਸ਼ਰ ਦਾ ਨਾਮ ਹੀ ਸੁਣਨਾ। ਜੇਕਰ ਪਰਮੇਸ਼ਰ ਸਤ ਸੰਗਤ ਦੀਆਂ ਘੜੀਆਂ ਬਖਸ਼ ਦੇਵੇ ਤੇ ਜਦੋਂ ਵੀ ਸਤ ਸੰਗਤ ਕਰਨੀ ਹੈ, ਸਤ ਸੰਗਤ ਦੇ ਵਿੱਚ ਬੈਠ ਕਰਕੇ ਆਪਣੇ ਮਨ ਨੂੰ ਚਿੱਤ ਨੂੰ ਇਕਾਗਰ ਰੱਖ ਕਰਕੇ ਜੋ ਸਤਿਗੁਰਾਂ ਦਾ ਗੁਰ ਇਤਿਹਾਸ ਹੈ, ਜੋ ਸਤਿਗੁਰਾਂ ਦੀ ਗੁਰਬਾਣੀ ਹੈ, ਜੋ ਵੀ ਸੁਣਨ ਨੂੰ ਮਿਲੇ, ਜਿਹੜੇ ਸ਼ੁਭ ਗੁਣ ਨੇ ਉਹਨਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਨੀ ਹੈ ਤੇ ਆਪਣੇ ਹਿਰਦੇ ਰੂਪੀ ਪੱਲੇ ਦੇ ਵਿੱਚ ਉਹਨਾਂ ਉਪਦੇਸ਼ਾਂ ਨੂੰ ਬੰਨ੍ਹਣਾ ਹੈ। ਇਸੇ ਪ੍ਰਕਾਰ ਜੇਕਰ ਮਨ ਹੈ ਉਡਾਰੀਆਂ ਮਾਰੇ, ਮਨ ਸਤ ਸੰਗਤ ਦੇ ਵਿੱਚੋਂ ਭੱਜ ਕੇ ਕਿਤੇ ਬਾਹਰ ਉਡਾਰੀਆਂ ਮਾਰੇ ਤੇ ਵਾਰ-ਵਾਰ ਮਨ ਨੂੰ ਰੋਕਣਾ ਹੈ। ਰੋਕ ਕਰਕੇ ਪਰਮੇਸ਼ਰ ਅੱਗੇ ਅਰਦਾਸ ਕਰਕੇ ਦੁਬਾਰਾ ਫਿਰ ਆਪਣੇ ਮਨ ਨੂੰ ਸਤ ਸੰਗਤ ਦੇ ਵਿੱਚ ਗੁਰੂ ਦੀ ਕਥਾ ਕੀਰਤਨ ਅੰਦਰ ਹਾਜ਼ਰ ਰੱਖਣਾ ਹੈ। ਇੱਦਾਂ ਹੌਲੀ ਹੌਲੀ ਜਦੋਂ 1-2 ਘੜੀਆਂ ਸਮਾਧੀ ਲੱਗਣੀ ਸ਼ੁਰੂ ਹੋ ਗਈ, ਜਦੋਂ ਸਤਿਗੁਰਾਂ ਦੀ ਗੁਰਬਾਣੀ ਕੀਰਤਨ ਕਥਾ ਦਾ ਆਨੰਦ ਆਉਣਾ ਸ਼ੁਰੂ ਹੋ ਗਿਆ ਨਾ ਰਾਜਾ ਸ਼ਗਨਾਲ, ਇਸ ਨੂੰ ਵੀ ਸਮਾਧੀ ਆਖਦੇ ਨੇ। ਤੇ ਜਿਹੜਾ ਕਸ਼ਟ ਯੋਗ ਹੈ ਇਹ ਗ੍ਰਸਤੀ ਜੀਵਨ ਵਿੱਚ ਸੰਸਾਰ ਦੇ ਵਿੱਚ ਰਹਿੰਦਿਆਂ ਕਰਨਾ ਬੜਾ ਔਖਾ ਹੈ। ਜੋ ਭਗਤ ਯੋਗ ਹੈ ਇਹ ਗ੍ਰਸਤੀ ਜੀਵਨ ਅੰਦਰ ਕਰਨਾ ਸੁਖਾਲਾ ਹੈ, ਬੜਾ ਸੌਖਾ ਹੈ। ਕਸ਼ਟ ਯੋਗ ਨੂੰ ਜਣਾ ਖਣਾ ਨਹੀਂ ਕਰ ਸਕਦਾ। ਜੋ ਲੋਕ ਗ੍ਰਸਤ ਤੋਂ ਵਾਂਝੇ ਰਹਿ ਜਾਂਦੇ ਨੇ, ਗ੍ਰਸਤ ਤੋਂ ਬਾਹਰੇ ਹੋ ਕਰਕੇ, ਇਸੇ ਪ੍ਰਕਾਰ ਜਿਹੜੇ ਯੋਗੀ ਨੇ ਤਪੀ ਆਦਿਕ ਲੋਕ ਇਹਨਾਂ ਸਾਧਨਾਂ ਨੂੰ ਸਾਧਦੇ, ਪਰ ਇੱਕ ਜੋ ਗ੍ਰਸਤੀ ਬੰਦਾ ਹੈ ਉਹਨੂੰ ਇਕਾਂਤ ਦੇਸ਼ ਦੇ ਵਿੱਚ ਜਾਣ ਲਈ ਆਪਣਾ ਪਰਿਵਾਰ ਛੱਡਣ ਦੀ ਲੋੜ ਨਹੀਂ। ਸਾਰਿਆਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਵੇਖੇ, ਕਿਸੇ ਦੇ ਨਾਲ ਕੋਈ ਵੀ ਈਰਖਾ ਦਵੈਤ ਭਾਵਨਾ ਨਾ ਰੱਖੇ, ਕਿਸੇ ਦਾ ਵੀ ਕਿਸੇ ਗੱਲ ਦੇ ਉੱਪਰ ਵਿਰੋਧ ਨਾ ਹੋਵੇ। ਇਸੇ ਪ੍ਰਕਾਰ ਆਪਣਾ ਜੀਵਨ ਹੈ ਜੋ ਹਰ ਇੱਕ ਅੰਦਰ ਪਰਮੇਸ਼ਰ ਦੀ ਜੋਤ ਵੇਖਦਿਆਂ ਇਕਾਂਤ ਦੇਸ਼ ਜਿੱਥੇ ਵੀ ਰਹਿੰਦਾ ਹੈ ਉਹੀ ਮਹਿਸੂਸ ਹੋਵੇਗਾ। ਜਰ ਜੋਰੂ ਤੇ ਜ਼ਮੀਨ ਦੀ ਖਾਤਰ ਕਿਸੇ ਨਾਲ ਝਗੜਾ ਨਾ ਹੋਵੇ। ਇਸੇ ਪ੍ਰਕਾਰ ਆਪਣਾ ਜਿਹੜਾ ਜੀਵਨ ਹੈ ਸਬਰ ਸੰਤੋਖ ਦਾ ਬਤੀਤ ਕਰਨਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਰਾਜਾ ਸ਼ਗਨਾਲ ਨੂੰ ਕਸ਼ਟ ਯੋਗ ਅਤੇ ਭਗਤ ਯੋਗ ਦੀ ਬਾਬਤ ਸਾਰਾ ਸਮਝਾਇਆ ਹੈ। ਰਾਜਾ ਉਪਦੇਸ਼ ਸੁਣ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਡਿੱਗਿਆ ਹੈ, ਬੇਨਤੀਆਂ ਕਰਨ ਲੱਗਾ ਹੈ, ਮਹਾਰਾਜ ਇਸ ਯੋਗ ਨੂੰ ਮੈਨੂੰ ਕਰਨ ਦੀ ਬੜੀ ਇੱਛਾ ਹੈ। ਮੇਰੇ ਮਨ ਦੇ ਅੰਦਰ ਇਹਨਾਂ ਯੋਗ, ਭਾਵੇਂ ਉਹ ਕਸ਼ਟ ਯੋਗ ਹੈ ਭਾਵੇਂ ਉਹ ਭਗਤ ਯੋਗ ਹੈ, ਮੈਂ ਜੀਵਨ ਅੰਦਰ ਇਹਨਾਂ ਨੂੰ ਅਪਣਾਉਣਾ ਚਾਹੁੰਦਾ ਹਾਂ। ਮੇਰੇ ਮਨ ਅੰਦਰ ਬੜੀ ਇੱਛਾ ਹੈ। ਇਸੇ ਪ੍ਰਕਾਰ ਰਾਜਾ ਬੇਨਤੀਆਂ ਕਰ ਰਿਹਾ ਹੈ
ਇੱਥੋਂ ਤੱਕ ਕੱਲ ਦੀ ਕਥਾ ਵਿਚਾਰ ਆਈ ਸੀ। ਅਧਿਆਇ ਸਮਾਪਤ ਹੋਇਆ ਸੀ। ਅਗਲਾ ਜੋ 49ਵਾਂ ਅਧਿਆਇ ਹੈ ਉਹਦੀ ਆਰੰਭਤਾ ਹੁੰਦੀ ਹੈ। ਆਓ ਮਨਚਿਤ ਬਿਰਤੀਆਂ ਇਕਾਗਰ ਕਰੀਏ। ਆਉਣ ਵਾਲਾ ਗੁਰੂ ਇਤਿਹਾਸ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ੍ਰੀ ਗੁਰ ਪਾਦ ਨਖਤਰਾਤ ਜੋ। ਕਵੀ ਭਾਈ ਸੰਤੋਖ ਸਿੰਘ ਜੀ ਅਧਿਆਇ ਦੀ ਆਰੰਭਤਾ ਉੱਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਚਰਨਾਂ ਦਾ ਮੰਗਲ ਕਰਦੇ ਨੇ, ਬੇਨਤੀ ਕਰਦੇ ਨੇ। ਸ੍ਰੀ ਗੁਰ ਪਾਦ ਨਖਤਰਾਤ ਜੋ ਕਿ ਜੋ ਸ਼੍ਰੋਮਣੀ ਗੁਰੂ ਨਾਨਕ ਦੇਵ ਜੀਆਂ ਦੇ ਚਰਨ ਹਨ ਅਤੇ ਜੋ ਚਰਨਾਂ ਦੇ ਨਾਮ ਹਨ, ਉਹਨਾਂ ਦੀ ਜੋ ਸੋਭਾ ਹੈ। ਚਿੰਤਾ ਮਨਹਿ ਸਮਾਨ, ਚਿੰਤਾਮਣੀ ਦੇ ਸਮਾਨ ਹੈ। ਹਿੰਦੂ ਧਰਮ ਦੇ ਅੰਦਰ ਚਿੰਤਾਮਣੀ ਦੀ ਬੜੀ ਵੱਡੀ ਮਹਾਨਤਾ ਹੈ। ਕਹਿੰਦੇ ਇਸ ਦਾ ਧਿਆਨ ਰੱਖ ਕਰਕੇ ਜੋ ਵੀ ਵਰ ਮੰਗਿਆ ਜਾਵੇ, ਜੋ ਵੀ ਦਾਤ ਇੱਛਾ ਮੰਗੀ ਜਾਵੇ, ਉਹ ਪੂਰਨ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਜਿਹੜੀ ਚਿੰਤਾਮਣੀ ਬੜੀ ਵਿਸ਼ੇਸ਼ ਮੰਨੀ ਜਾਂਦੀ ਹੈ ਤੇ ਸਤਿਗੁਰਾਂ ਦੇ ਚਰਨਾਂ ਦੇ ਜੋ ਨਾਮ ਹਨ ਉਹਨਾਂ ਦੇ ਬਰਾਬਰ ਹੈ। ਸਤਿਗੁਰਾਂ ਦੇ ਚਰਨਾਂ ਦੇ ਨਾਮਾਂ ਦੀ ਜੋ ਸੋਭਾ ਹੈ ਉਹ ਤੋਂ ਜ਼ਿਆਦਾ ਹੈ ਤੇ ਸਤਿਗੁਰਾਂ ਦੇ ਚਰਨਾਂ ਦੇ ਜੋ ਨਾਮ ਹਨ ਉਹ ਚਿੰਤਾਮਣੀ ਦੇ ਵਾਂਗ ਇਛਾਵਾਂ ਪੂਰੀਆਂ ਕਰਦੇ ਨੇ ਜੋ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜਦੇ ਹਨ। ਜਿਤਵੇ ਮੰਗਲ ਸਰਬਦਾ, ਤੇ ਜੋ ਸਤਿਗੁਰਾਂ ਦੇ ਚਰਨਾਂ ਨੂੰ ਸਿਮਰਦੇ ਹਨ ਉਹਨਾਂ ਦੇ ਜੀਵਨ ਅੰਦਰ ਹਮੇਸ਼ਾ ਹੀ ਖੁਸ਼ੀਆਂ ਖੇੜੇ ਬਣੇ ਰਹਿੰਦੇ ਨੇ। ਵਿਘਨ ਦੁਖ ਗਨਹਾਨ, ਜਿਹੜੇ ਜੀਵਨ ਅੰਦਰ ਵਿਘਨ ਹਨ ਅਤੇ ਔਗਣ ਹਨ ਇਹ ਸਾਰੇ ਹੀ ਨਾਸ਼ ਹੋ ਜਾਂਦੇ ਨੇ। ਸ੍ਰੀ ਬਾਲਾ ਸੰਦਰਵਾਚ, ਅੰਮ੍ਰਿਤਸਰ ਜ਼ਿਲ੍ਹੇ ਅੰਦਰ ਖਡੂਰ ਸਾਹਿਬ ਦੀ ਧਰਤੀ ਹੈ। ਗੁਰੂ ਅੰਗਦ ਦੇਵ ਜੀਆਂ ਦੀ ਪਾਵਨ ਹਜ਼ੂਰੀ ਹੈ। ਬਾਬਾ ਬੁੱਢਾ ਜੀ, ਗੁਰੂ ਅਮਰਦਾਸ ਪਾਤਸ਼ਾਹ ਜੀ, ਭਾਈ ਧੰਗਾ ਜੀ, ਭਾਈ ਜੀਵਾ ਜੀ ਵਰਗੇ ਸਰੋਪੇ ਨੇ। ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਭਾਈ ਪੈੜਾ ਮੋਖਾ ਇਸ ਕਥਾ ਨੂੰ ਲਿਖ ਰਿਹਾ ਹੈ ਤੇ ਭਾਈ ਬਾਲਾ ਜੀ ਜੋ ਸੰਧੂ ਗੋਤ ਨਾਲ ਸੰਬੰਧ ਰੱਖਦੇ ਨੇ ਆਉਣ ਵਾਲੀ ਕਥਾ ਇਸ ਪ੍ਰਕਾਰ ਲਿਖਵਾਉਂਦੇ ਹਨ ਅਤੇ ਸੁਣਾਉਂਦੇ ਹਨ ਜੀ। ਜੋ ਪਈ ਸੁਣ ਕਰ ਸ੍ਰੀ ਗੁਰੂ ਕੋ ਉਪਦੇਸਾ, ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਜਦੋਂ ਰਾਜੇ ਨੂੰ ਸ਼ਿਵ ਨਾਮ ਨੂੰ ਕਸ਼ਟ ਯੋਗ ਅਤੇ ਭਗਤ ਯੋਗ ਦਾ ਉਪਦੇਸ਼ ਦਿੱਤਾ ਹੈ। ਆਪ ਬੰਦ ਦਵੈ ਕਹਿਤ ਨਰੇਸ਼ਾ, ਤੇ ਦੋਨੋਂ ਹੱਥ ਜੋੜ ਕਰਕੇ ਸਤਿਗੁਰਾਂ ਨੂੰ ਰਾਜਾ ਬੇਨਤੀਆਂ ਕਰਦਾ ਹੈ। ਮਨ ਨਿਰਮਲ ਕੇ ਮਾਰਗ ਦੋ, ਮਹਾਰਾਜ ਆਪ ਜੀਆਂ ਨੇ ਮਨ ਨੂੰ ਨਿਰਮਲ ਕਰਨ ਦੇ ਜੋ ਕਸ਼ਟ ਯੋਗ ਅਤੇ ਭਗਤ ਯੋਗ ਦੇ ਦੋ ਰਸਤੇ ਹਨ। ਕਰਨਾ ਕਰ ਬਖਸ਼ ਹੋ ਦੁਖ ਖੋ, ਕਿਰਪਾ ਕਰਕੇ ਮੈਨੂੰ ਮਹਾਰਾਜ ਇਹ ਦੋਨੇ ਹੀ ਰਸਤੇ ਬਖਸ਼ ਦੇਵੋ। ਮੈਂ ਦੋਨਾਂ ਦੇ ਵਿੱਚ ਹੀ ਪੂਰਾ ਹੋਵਾਂ, ਕਸ਼ਟ ਯੋਗ ਵੀ ਅਪਣਾਵਾਂ, ਭਗਤ ਯੋਗ ਵੀ ਅਪਣਾਵਾਂ ਤੇ ਜੋ ਜਨਮ ਮਰਨ ਦੇ ਦੁੱਖ ਹਨ ਇਹ ਸਾਰੇ ਹੀ ਨਾਸ਼ ਹੋ ਜਾਣ। ਕਰੋ ਸਰਬ ਮਮ ਦੇਸ ਨਿਹਾਲਾ, ਮਹਾਰਾਜ ਮੇਰੇ ਨਾਲ ਮੇਰਾ ਜਿਹੜਾ ਸਾਰਾ ਦੇਸ਼ ਹੈ ਇਸ ਨੂੰ ਨਿਹਾਲ ਕਰ ਦੇਵੋ ਜੀ। ਤੁਮ ਸਮਾਨ ਆਨ ਕਿਰਪਾਲਾ, ਮਹਾਰਾਜ ਤੁਹਾਡੇ ਵਰਗਾ ਕੋਈ ਹੋਰ ਨਹੀਂ ਵੇਖਿਆ, ਕਿਰਪਾਲੂ ਦਿਆਲੂ। ਕਰੋ ਸਦੀਵ ਬਾਸ ਮੁਝ ਸਤਨਾਮ, ਮਹਾਰਾਜ ਹਮੇਸ਼ਾ ਲਈ ਮੇਰੇ ਲੰਗਰ ਅੰਦਰ, ਮੇਰੇ ਘਰ ਦੇ ਅੰਦਰ ਆਪ ਜੀ ਰਹਿਣਾ ਕਰ ਦੇਵੋ। ਹਰ ਕੋ ਹੀਰ ਕਮਲ ਮੁਕਦਨਾ, ਮਹਾਰਾਜ ਆਪ ਜੀਆਂ ਦੇ ਦਰਸ਼ਨ ਕਰ ਕਰਕੇ ਮੈਂ ਹਰ ਰੋਜ਼ ਪ੍ਰਸੰਨ ਹੋਵਾਂਗਾ, ਸੇਵਾ ਕਰਾਂਗਾ। ਜਿਸ ਪ੍ਰਕਾਰ ਤੁਮ ਕਿਤਨੇ ਕੋਸਾ, ਮਹਾਰਾਜ ਕਿੰਨੀਆਂ ਕੋਹਾਂ ਤੋਂ ਚੱਲ ਕਰਕੇ ਪੰਜਾਬ ਦੀ ਧਰਤੀ ਤੋਂ ਚੱਲ ਕੇ ਤੁਸੀਂ ਸੰਗਲਾ ਦੀਪ ਆਏ ਹੋ। ਚਲ ਆਏ ਨਿਜ ਦੇਨ ਭਰੋਸਾ, ਮਹਾਰਾਜ ਮੈਨੂੰ ਭਰੋਸਾ ਦੇਣ ਵਾਸਤੇ, ਮੇਰੇ ਭਰਮ ਭੁਲੇਖੇ ਦੂਰ ਕਰਨ ਵਾਸਤੇ ਆਏ ਹੋ। ਕਿਸੇ ਪ੍ਰਕਾਰ ਰਹਿਣਾ ਅਬ ਕੀਜੈ, ਮਹਾਰਾਜ ਇਸ ਲਈ ਆਪ ਜੀ ਆਪਣੇ ਨਗਰ ਤੋਂ, ਆਪਣੇ ਦੇਸ਼ ਤੋਂ ਬੜੀ ਦੂਰ ਚਲ ਆਏ ਹੋ। ਇਸ ਲਈ ਮੇਰੇ ਨਗਰ ਸੰਗਲਾ ਦੀਪ ਦੇਸ਼ ਅੰਦਰ ਰਹਿਣਾ ਕਰੋ ਜੀ। ਸਭ ਦੇਸ਼ ਉਪਦੇਸ਼ ਦੀਜੈ, ਮਹਾਰਾਜ ਮੇਰੇ ਸਾਰੇ ਦੇਸ਼ ਨੂੰ ਆਪ ਜੀ ਉਪਦੇਸ਼ ਦੇਣਾ ਕਰੋ। ਬਿਨ ਸਨ ਬਾਣੀ ਸੁਣ ਕੇ,
ਮਹਾਰਾਜ ਇਸ ਪ੍ਰਕਾਰ ਰਾਜੇ ਸ਼ਿਵ ਨਾਮ ਦੀ ਪ੍ਰੇਮ ਨਾਲ ਨਿਮਰਤਾ ਨਾਲ ਭਿੱਜੀ ਹੋਈ ਬੋਲੀ ਸੁਣ ਕਰਕੇ ਭਗਤ ਬਾਪ ਦੀਨੀ ਸਿੱਖ ਗੁਣ ਕੈ ਮਹਾਰਾਜ ਜੀਆਂ ਨੇ ਆਪਣੇ ਚਰਨਾਂ ਦੇ ਵਿੱਚ ਰਾਜਾ ਸ਼ਿਵ ਨਾਮ ਨੂੰ ਥਾਂ ਦਿੱਤੀ ਹੈ, ਉਹਨਾਂ ਨੂੰ ਚਰਨਾਂ ਦੀ ਸ਼ਰਨ ਬਖਸ਼ੀ ਹੈ, ਨਾਮ ਦਾ ਦਾਨ ਦਿੱਤਾ ਹੈ। ਧਰਮਸਾਲ ਮਹਿਕੀਨ ਬਸੇਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪ੍ਰਕਾਰ ਕੁਝ ਸਮਾਂ ਹੋਰ ਜਿਹੜੀ ਰਾਜੇ ਸ਼ਿਵ ਨਾਮ ਨੇ ਧਰਮਸ਼ਾਲਾ ਬਣਾਈ ਸੀ ਉਹਦੇ ਵਿੱਚ ਰਹਿਣਾ ਕੀਤਾ ਹੈ। ਸਰਬ ਦੇਸ਼ ਹੋਵਤ ਭਾਚੇਰਾ ਇਸ ਪ੍ਰਕਾਰ ਜਿਹੜਾ ਸਾਰਾ ਹੀ ਦੇਸ਼ ਹੈ ਸਤਿਗੁਰਾਂ ਦੇ ਚਰਨ ਪਰਸ ਰਿਹਾ ਹੈ, ਸੇਵਕ ਸ਼ਰਧਾਲੂ ਬਣ ਰਿਹਾ ਹੈ। ਭੂਪਤ ਜੋਗ ਦੀਨ ਕੇ ਕਾਜਾ ਇਸ ਪ੍ਰਕਾਰ ਭੂਪਤ ਜੋਗ ਦੇਨ ਕੇ ਕਾਜਾ ਇਸ ਪ੍ਰਕਾਰ ਰਾਜੇ ਸ਼ਿਵ ਨਾਮ ਨੂੰ ਮਹਾਰਾਜ ਇੱਕ ਕੰਮ ਦੇਣ ਲੱਗੇ ਨੇ। ਪ੍ਰਾਨ ਸੰਗਲੀ ਗ੍ਰੰਥ ਸੋ ਸਾਜਾ ਇੱਕ ਪ੍ਰਾਣ ਸੰਗਲੀ ਗ੍ਰੰਥ ਹੈ ਜਿਸ ਦੇ ਵਿੱਚ ਕਸ਼ਟ ਯੋਗ ਭਗਤ ਯੋਗ ਦੀ ਬਾਬਤ ਸਾਰਾ ਕੁਝ ਹੀ ਲਿਖਿਆ ਹੈ। 113 ਧਿਆਏ ਬਖਾਨੇ ਇਸ ਗ੍ਰੰਥ ਦੇ ਕਵੀ ਜੀ ਕਹਿੰਦੇ 113 ਅਧਿਆਏ ਹਨ। ਇਸ ਪੜ ਜੋਗ ਕਲਾ ਸਭ ਜਾਣੇ ਇਸ ਨੂੰ ਪੜ੍ਹਨ ਦੇ ਨਾਲ ਜਿਹੜੀਆਂ ਯੋਗ ਦੀਆਂ ਵਿਧੀਆਂ ਹਨ, ਜੋ ਵੀ ਜੁਗਤੀਆਂ ਹਨ, ਉਹ ਸਾਰੀਆਂ ਹੀ ਬੰਦਾ ਜਾਣ ਲੈਂਦਾ ਹੈ। ਦੇਖਾ ਸੋ ਸੌਂਪਿਓ ਅਬਨੀ ਪਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਉਹ ਗ੍ਰੰਥ ਜਿਸ ਦੇ 113 ਅਧਿਆਏ ਨੇ, ਪ੍ਰਾਣ ਸੰਗਲਾ ਜਿਸ ਦਾ ਨਾਮ ਹੈ, ਰਾਜਾ ਸ਼ਿਵ ਨਾਮ ਨੂੰ ਭੇਟਾ ਕੀਤਾ ਹੈ। ਬੋਲੇ ਕੌਣ ਬੇਦੀ ਕੁਲ ਦੀਪਾ ਤੇ ਫਿਰ ਬੇਦੀਆਂ ਦੀ ਵੰਸ਼ ਦੇ ਨਿਸ਼ਾਨ ਗੁਰੂ ਨਾਨਕ ਦੇਵ ਜੀ ਇਸ ਪ੍ਰਕਾਰ ਬੋਲੇ ਨੇ। ਜਬ ਸਿੱਖ ਕੋ ਆਵਹੇ ਹਮ ਦੇਸੂ ਕਹਿਣ ਲੱਗੇ ਜਦੋਂ ਵੀ ਰਾਜਾ ਸ਼ਿਵ ਨਾਮ ਕੋਈ ਪੰਜਾਬ ਦੇਸ਼ ਤੋਂ ਸਾਡਾ ਸਿੱਖ ਚੱਲ ਕੇ ਆਵੇਗਾ ਜਾਤੇ ਤੁਮ ਪੈ ਦੇਖੋ ਨਰੇਸ਼ੂ ਤੇ ਆ ਕਰਕੇ ਤੈਥੋਂ ਇਹ ਗ੍ਰੰਥ ਮੰਗੇਗਾ, ਉਹਨੂੰ ਦੇ ਦੇਵੀਂ। ਨਿਰੰਕਾਰ ਗੁਣ ਕੀਨ ਬਸੇਰਾ ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਲੰਬਾ ਸਮਾਂ ਉਸ ਸਤਾਵਰ ਨਗਰ ਸ਼ਿਵਨਾਜ ਦੇ ਸ਼ਿਵਨਾਬ ਰਾਜੇ ਦੇ ਕੋਲ ਰਹੇ ਨੇ। ਭਾਇਓ ਸੁਦੇਸ਼ ਨਿਹਾਲ ਕਨੇਰਾ ਸਾਰਾ ਹੀ ਦੇਸ਼ ਸਤਿਗੁਰਾਂ ਨੇ ਉੱਥੇ ਰਹਿੰਦਿਆਂ ਨਿਹਾਲ ਕੀਤਾ ਹੈ। ਭਗਤ ਜੋਗ ਹਠ ਜੋਗ ਜੋ ਦੋ ਮਹਾਰਾਜ ਜੀਆਂ ਨੇ ਭਗਤ ਯੋਗ ਔਰ ਕਸ਼ਟ ਯੋਗ ਬਾਰੇ ਦੱਸਿਆ ਹੈ। ਇਹ ਪ੍ਰਪਾਕ ਭੂਪ ਮਨਸੂ ਤੇ ਰਾਜਾ ਸ਼ਿਵ ਨਾਮ ਨੇ ਸਤਿਗੁਰਾਂ ਤੋਂ ਸੁਣ ਕਰਕੇ ਇਹਨਾਂ ਦੋਨਾਂ ਹੀ ਰਸਤਿਆਂ ਨੂੰ ਆਪਣੇ ਜੀਵਨ ਅੰਦਰ ਪ੍ਰਪੱਕ ਕੀਤਾ ਹੈ। ਸਿੱਖੀ ਪ੍ਰਗਟੀ ਦੇਸ਼ ਮਝਾਰੇ ਤੇ ਸੰਗਲਾ ਦੀਪ ਦੇਸ਼ ਦੇ ਅੰਦਰ ਬਹੁਤਾ ਹੀ ਸਿੱਖੀ ਦਾ ਵਾਧਾ ਹੋਇਆ ਹੈ। ਸ੍ਰੀ ਸਤਿਗੁਰੂ ਕੋ ਜਾਪ ਉਚਾਰੇ ਸਾਰਾ ਹੀ ਦੇਸ਼ ਗੁਰੂ ਨਾਨਕ ਦੇਵ ਜੀਆਂ ਦਾ ਜਾਪ ਕਰਦਾ ਹੈ। ਭਾਸਵ ਨਾਮ ਆਦਿਕ ਪ੍ਰਤਾਪਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੀ ਐਸੀ ਕਿਰਪਾ ਹੋਈ ਹੈ, ਰਾਜਾ ਸ਼ਿਵਨਾਗ ਦੇ ਮੁਖ ਦੇ ਉੱਪਰ ਬੜਾ ਭਾਰੀ ਤੇਜ ਪ੍ਰਤਾਪ ਪੈਦਾ ਹੋਇਆ ਹੈ। ਜਗਤ ਸਭ ਸਤਰਨ ਕੋ ਖਾਪਾ ਤੇ ਰਾਜੇ ਸ਼ਿਵਨਾਗ ਦੇ ਅੰਦਰ ਐਸੀਆਂ ਮਹਾਰਾਜੀਆਂ ਨੇ ਸ਼ਕਤੀਆਂ ਬਖਸ਼ ਦਿੱਤੀਆਂ ਨੇ, ਰੂਹਾਨੀਅਤ ਬਖਸ਼ਿਸ਼ ਦਿੱਤੀ ਹੈ ਸਤਿਗੁਰਾਂ ਨੇ। ਤੇ ਰਾਜਾ ਸ਼ਿਵਨਾਗ ਹੁਣ ਜਿੱਧਰ ਵੀ ਆਪਣੇ ਦੁਸ਼ਮਣਾਂ ਵੱਲ ਚੜ੍ਹਾਈ ਕਰਦਾ ਹੈ, ਹਰ ਇੱਕ ਦੇਸ਼ ਅੰਦਰ ਆਪਣੀ ਫਤਿਹ ਪਾਉਂਦਾ ਹੈ, ਦੁਸ਼ਮਣਾਂ ਨੂੰ ਨਾਸ਼ ਕਰਦਾ ਹੈ। ਧਰਮਸਾਲ ਮਹਿਦੇਵ ਵਿਸਾਲਾ ਤੇ ਰਾਜਾ ਸ਼ਿਵਨਾਗ ਦੁਆਰਾ ਜੋ ਧਰਮਸ਼ਾਲਾ ਬਣਾਈ ਗਈ ਹੈ, ਉਸ ਦੇ ਅੰਦਰ ਜੋ ਪ੍ਰਸ਼ਾਦਾ ਲੰਗਰ ਹਰ ਸਮੇਂ ਅਟੁੱਟ ਵਰਤਦਾ ਹੈ। ਕਰਵਾਵਨ ਸਤਿਗੁਰੂ ਕਿਰਪਾਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਕਮ ਕਰਦੇ ਨੇ ਤੇ ਰਾਜਾ ਸ਼ਿਵਨਾਗ ਪਾਲਣਾ ਕਰਦਾ ਹੈ। ਮਨ ਕੀਸ ਜਿਹ ਲੋਨ ਮਿਲਾਏ ਇੰਨਾ ਪ੍ਰਸ਼ਾਦਾ ਇੰਨੀਆਂ ਦਾਲਾਂ ਸਬਜ਼ੀਆਂ ਹਰ ਰੋਜ਼ ਤਿਆਰ ਹੁੰਦੀਆਂ ਨੇ। ਕਵੀ ਜੀ ਕਹਿੰਦੇ 21 ਮਣ ਲੂਣ ਹਰ ਰੋਜ਼ ਲੱਗਦਾ ਹੈ। ਜੋ ਅਮਾਰ ਕੋਏ ਸਭ ਖਾਏ ਤੇ ਸਾਰੇ ਹੀ ਦੂਰ ਦਰੇਟਿਆਂ ਤੋਂ ਆ ਕਰਕੇ ਉਸ ਧਰਮਸ਼ਾਲਾ ਅੰਦਰ ਲੰਗਰ ਛਕਦੇ ਨੇ। ਕੀਰਤਨ ਸਤਨਾਮ ਕੋ ਹੋਵੇ ਤੇ ਸਾਰਿਆਂ ਦਾ ਹੀ ਕੀਰਤਨ ਹੁੰਦਾ ਹੈ, ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ ਹੈ। ਜੋ ਜਨ ਮਨ ਕਲਮਲ ਹੋਵੇ ਤੇ ਜੋ ਵੀ ਉਸ ਧਰਮਸ਼ਾਲਾ ਵਿੱਚ ਆਉਂਦਾ ਹੈ, ਆਇਆ ਹੋਇਆ ਦੇਸ਼ੀ ਪਰਦੇਸੀ ਆਪਣੇ ਸਾਰੇ ਹੀ ਜਿਹੜੇ ਜਨਮ ਮਰਨ ਦੇ ਪਾਪ ਹਨ,
ਕਲੇਸ਼ ਹਨ ਜੀਵਨ ਅੰਦਰ ਕੀਤੀਆਂ ਗਏ ਜੋ ਪਾਪ ਗਲਤੀਆਂ ਹਨ ਸਾਰੀਆਂ ਹੀ ਬਖਸ਼ਾ ਲੈਂਦਾ ਹੈ। ਦਿਨ ਰਾਤ ਚੱਲਣ ਜਗਤ ਜਗਤੇ ਸਾ ਇਸ ਪ੍ਰਕਾਰ ਮਹਾਰਾਜ ਹਰ ਰੋਜ਼ ਉਤੋਂ ਚੱਲਣ ਬਾਰੇ ਸੋਚਦੇ ਨੇ। ਕਰਹੇ ਭਾਉ ਬਹੁ ਰਖੇ ਦ੍ਰੇਸਾ ਇਹ ਜਿਹੜਾ ਰਾਜਾ ਸ਼ਿਵ ਨਾਮ ਹੈ ਸਤਿਗੁਰਾਂ ਦੀ ਬਹੁਤੀ ਪੂਜਾ ਕਰਦਾ ਹੈ ਬਹੁਤੀ ਸੇਵਾ ਕਰਦਾ ਹੈ। ਗਰੀ ਪਰ ਪਾਕ ਸਿੱਖੀ ਕੀ ਰੀਤਾ ਰਾਜਾ ਸ਼ਿਵ ਨਾਮ ਨੇ ਜੀਵਨ ਅੰਦਰ ਜਿਹੜੀ ਸਿੱਖੀ ਹੈ ਉਹ ਪਰਪੱਕ ਕਰ ਲਈ ਹੈ। ਨੇਤਰਤ ਬਦਹੇ ਭਜਨ ਮਹਿ ਪ੍ਰੀਤਾ ਤੇ ਹਰ ਰੋਜ਼ ਸਮਾਧੀ ਦਾ ਸਮਾਂ ਵੱਧਦਾ ਜਾਂਦਾ ਹੈ ਹਰ ਰੋਜ਼ ਸਿਮਰਨ ਵਿੱਚ ਵਾਧਾ ਹੁੰਦਾ ਹੈ। ਕਰਿਓ ਗਿਆਨ ਮਹਿ ਪੂਰਨ ਰਾਉ ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ। ਰਾਜੇ ਸ਼ਿਵ ਨਾਮ ਨੂੰ ਐਸੀ ਸਿੱਖੀ ਬਖਸ਼ੀ ਹੈ ਸਤਿਗੁਰਾਂ ਨੇ ਉਹਨੂੰ ਗਿਆਨ ਕਾਂਡ ਬਣਾਇਆ ਹੈ। ਸ੍ਰੀ ਨਾਨਕ ਜੀ ਦਿਆਲ ਸੁਭਾਉ ਐਸਾ ਹੀ ਕਬੀਰ ਜੀ ਕਹਿੰਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦਾ ਦਿਆਲੂ ਸੁਭਾਅ ਹੈ। ਜੋ ਵੀ ਸਤਿਗੁਰਾਂ ਦੇ ਚਰਨ ਪਰਸਦਾ ਹੈ ਮਹਾਰਾਜ ਉਹਦੇ ਉੱਪਰ ਭਾਰੀਆਂ ਬਖਸ਼ਿਸ਼ਾਂ ਕਰਦੇ ਨੇ। ਬਹੁਰ ਮੰਦੀ ਪਾਰ ਬੈ ਸਾਰਾ ਇਹ ਰਾਜੇ ਸ਼ਿਵ ਨਾਮ ਨੂੰ ਸਤਿਗੁਰਾਂ ਨੇ ਇੱਕ ਮੰਜੀ ਬਖਸ਼ੀ ਹੈ ਜਿਹਦੇ ਉੱਪਰ ਸਤਿਗੁਰਾਂ ਨੇ ਉਸ ਨੂੰ ਬਿਠਾ ਕਰਕੇ ਹੁਕਮ ਕੀਤਾ ਹੈ ਕਿ ਸਾਡੇ ਜਾਣ ਤੋਂ ਬਾਅਦ ਰਾਜਾ ਸ਼ਿਵ ਨਾਮ ਇਸੇ ਪ੍ਰਕਾਰ ਹੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਕੀਓ ਪੂਜ ਤਹ ਦੇਸ ਬਝਾਰਾ ਤੇ ਸਾਰਾ ਹੀ ਦੇਸ਼ ਰਾਜੇ ਸ਼ਿਵ ਨਾਮ ਦੀ ਬਹੁਤੀ ਇੱਜ਼ਤ ਸਤਿਕਾਰ ਕਰਦਾ ਹੈ। ਆਪ ਕਵਨ ਕੀ ਕੀਮਤਿਆਰੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਸਤਾਵਰ ਨਗਰ ਅੰਦਰੋਂ ਚੱਲਣ ਦੀ ਤਿਆਰੀ ਕੀਤੀ ਹੈ। ਜਗਤ ਨਾ ਵਿਚਰਿਓ ਨੈਪ ਪ੍ਰਭੂ ਭਾਰੀ ਤੇ ਰਾਜਾ ਸ਼ਿਵ ਨਾਮ ਸਤਿਗੁਰਾਂ ਦਾ ਵਿਛੋੜਾ ਝੱਲ ਨਹੀਂ ਸਕਦਾ ਸਤਿਗੁਰਾਂ ਤੋਂ ਦੂਰ ਨਹੀਂ ਹੋਣਾ ਚਾਹੁੰਦਾ। ਕਮਲ ਬਦਨ ਕੋਨ ਬਚਨ ਬਖਾਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਕਮਲ ਸ਼੍ਰੀ ਕੇ ਮੁਖ ਤੋਂ ਇਸ ਪ੍ਰਕਾਰ ਰਾਜੇ ਤਾਈਂ ਬਚਨ ਕਹੇ ਨੇ। ਸੁਨ ਰਾਜਨ ਕੋ ਪਰਮ ਸਿਆਣੇ ਇਹ ਰਾਜਾ ਸ਼ਿਵ ਨਾਮ ਤੂੰ ਬਹੁਤਾ ਹੀ ਸਿਆਣਾ ਹੈ। ਆਪ ਤੁਝ ਪੂਰਨ ਭਇਓ ਵਿਵੇਕਾ ਆਪਾਂ ਤੇਰੇ ਉੱਪਰ ਅਕਾਲ ਪੁਰਖ ਵਾਹਿਗੁਰੂ ਦੀ ਬਹੁਤ ਕਿਰਪਾ ਹੈ ਤੈਨੂੰ ਸਾਰੀ ਸੋਝੀ ਗਿਆਨ ਹੈ। ਕਾਮ ਕਰਨੇ ਹੈ ਕਾਜ ਅਨੇਕਾ ਅਸੀਂ ਇੱਥੋਂ ਜਾ ਕਰਕੇ ਹੋਰਾਂ ਦੇਸ਼ਾਂ ਵਿਦੇਸ਼ਾਂ ਅੰਦਰ ਵਿਚਰਨਾ ਹੈ ਬਹੁਤੇ ਕਾਰਜ ਕਰਨੇ ਹਨ। ਧਰਮੋ ਧਿਆਨ ਮੈਂ ਸਦਾ ਸਮੀਪਾ ਤੇ ਜਦੋਂ ਵੀ ਤੂੰ ਧਿਆਨ ਧਰ ਕੇ ਅਰਦਾਸ ਬੇਨਤੀ ਕਰੇਗਾ ਤੇ ਅਸੀਂ ਤੇਰੇ ਨੇੜ ਹੋਵਾਂਗੇ। ਆਸ ਸੁਨ ਗਦ ਗਦ ਭਾਵ ਨੀਪਾ ਸਤਿਗੁਰਾਂ ਦੇ ਐਸੇ ਬਚਨ ਸੁਣ ਕੇ ਰਾਜਾ ਸ਼ਿਵ ਨਾਮ ਬਹੁਤਾ ਖੁਸ਼ ਪ੍ਰਸੰਨ ਹੋਇਆ ਹੈ। ਸਭ ਪ੍ਰਕਾਰ ਦੀਨ ਤਹਿ ਧੀਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਬਹੁਤਾ ਉਪਦੇਸ਼ ਦੇ ਕਰਕੇ ਰਾਜੇ ਸ਼ਿਵ ਨਾਮ ਨੂੰ ਧੀਰਜ ਬਖਸ਼ੀ ਹੈ। ਕਮਨ ਕੀਓ ਮਨ ਬੁਲੀ ਗਹੀਰਾ ਆਪ ਮਹਾਰਾਜ ਜੀਆਂ ਨੇ ਉਤੋਂ ਚਾਲਾ ਪਾਇਆ ਹੈ। ਜਨ ਕੀ ਸ੍ਰੀ ਗੁਰੂ ਪਾਛੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਸਤਾਵਰ ਨਗਰ ਦੇ ਅੰਦਰੋਂ ਰਾਜੇ ਸ਼ਿਵ ਨਾਮ ਤੋਂ ਦੂਰ ਚਲੇ ਗਏ ਨੇ ਤੇ ਰਾਜੇ ਸ਼ਿਵ ਨਾਮ ਦਾ ਵੀ ਸਤਿਗੁਰਾਂ ਵਾਂਗ ਹੀ ਸਤਿਕਾਰ ਸਾਰਾ ਹੀ ਨਗਰ ਸਾਰਾ ਇਲਾਕਾ ਕਰਦਾ ਹੈ। ਸਰਬ ਦੇਸ ਕਰਹੀ ਬਿਦ ਆਛੇ ਤੇ ਸਾਰਾ ਹੀ ਦੇਸ਼ ਰਾਜੇ ਸ਼ਿਵ ਨਾਮ ਦੀ ਪੂਜਾ ਕਰਨ ਲੱਗਾ ਹੈ। ਪਰ ਬਾਬਹਿ ਜੋ ਜਹ ਮਨ ਭਾਵਾ ਤੇ ਜੋ ਵੀ ਸਤਿਗੁਰਾਂ ਦਾ ਧਿਆਨ ਧਰ ਕੇ ਇਸ ਪ੍ਰਕਾਰ ਅਰਦਾਸ ਬੇਨਤੀਆਂ ਕਰਦੇ ਨੇ ਉਹੀ ਫਲ ਪ੍ਰਾਪਤ ਹੁੰਦਾ ਹੈ। ਕਰਹੇ ਸਦਾ ਸਤ ਸੰਗ ਸੁਭਾਵਾ ਤੇ ਹਮੇਸ਼ਾ ਜੋ ਰਾਜੇ ਸ਼ਿਵ ਨਾਮ ਨੇ ਧਰਮਸ਼ਾਲਾ ਬਣਾਈ ਹੈ ਉੱਥੇ ਲੋਕ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਸਤ ਸੰਗਤ ਕਰਦੀਆਂ ਨੇ। ਸੁਭਈਆ ਦੇਸ ਦਿਸੀ ਜਗ ਦੇਸ ਗਏ ਇਸ ਪ੍ਰਕਾਰ ਸੰਗਲਾ ਦੀਪ ਦੇਸ਼ ਨੂੰ ਛੱਡ ਕਰਕੇ ਮਹਾਰਾਜ ਅਗਲੇ ਐਸੇ ਦੇਸ਼ ਵਿੱਚ ਗਏ ਨੇ ਜਿਹ ਅੰਗਣਾ ਰਾਜ ਕਰੈ ਗੁਰਮਾਹੀ ਜਿੱਥੋਂ ਦੇ ਰਾਜ ਭਾਗ ਦੀ ਮਾਲਕ ਇੱਕ ਔਰਤ ਹੈ ਉਥੋਂ ਦੀ ਰਾਣੀ ਹੈ। ਮੈਂ ਮਰਦਾਨਾ ਦੋ ਪਛਾਤ ਚਲੇ ਭਾਈ ਬਾਲਾ ਜੀ ਕਹਿੰਦੇ ਮੈਂ ਔਰ ਭਾਈ ਮਰਦਾਨਾ ਸਤਿਗੁਰਾਂ ਦੇ ਪਿੱਛੇ ਚੱਲੇ ਹਾਂ। ਗੁਰੂ ਨਾਨਕ ਆਗੇ ਸੋ ਜਾਹੀ ਗੁਰੂ ਨਾਨਕ ਦੇਵ ਜੀ ਸਾਡੇ ਅੱਗੇ ਅੱਗੇ ਤੁਰ ਰਹੇ ਨੇ ਗਿਆਨ ਬਖਸ਼ਿਸ਼ ਕਰ ਰਹੇ ਨੇ। ਨਾਵਨ ਸਾਵਨ ਨਾਮ ਜਪਾਵਨ ਮਹਾਰਾਜ ਜੀ ਪਖੰਡਾਂ ਦਾ ਪਖੰਡੀਆਂ ਦਾ ਨਾਸ਼ ਕਰ ਰਹੇ ਨੇ ਨਾਮ ਦੀ ਮਹਿਮਾ ਵਡਿਆਈ ਵਿਸਥਾਰ ਕਰ ਰਹੇ ਨੇ ਨਾਮ ਜਪਾ ਰਹੇ ਨੇ। ਜਾਵਨ ਕਾਰਨ ਆਨ ਕੋ
ਕਹਿੰਦੇ ਹੋਰ ਦੇਸ਼ਾਂ ਵਿਦੇਸ਼ਾਂ ਅੰਦਰ ਜਾਣ ਦਾ ਸਾਡਾ ਕੋਈ ਦੂਜਾ ਕਾਰਨ ਨਹੀਂ। ਅਸੀਂ ਪਖੰਡ ਨੂੰ ਨਾਸ਼ ਕਰ ਰਹੇ ਹਾਂ, ਪਰਮੇਸ਼ਰ ਦਾ ਨਾਮ ਜਪਾ ਰਹੇ ਹਾਂ। ਪਾਵਕ ਸਾਗਰ ਫੇਰ ਅਗਾਹ, ਜਿਹੜਾ ਇਹ ਸੰਸਾਰ ਹੈ ਇਹ ਇੱਕ ਅੱਗ ਦਾ ਸਮੁੰਦਰ ਹੈ। ਜਿਉ ਹਰ ਕੀ ਰਤ ਸੇਤ ਤੇ ਕੋਤਾਹੀ, ਗੁਰੂ ਨਾਨਕ ਦੇਵ ਜੀਆਂ ਨੇ ਪਰਮੇਸ਼ਰ ਦੇ ਨਾਮ ਰੂਪੀ ਇਹਦੇ ਉੱਪਰ ਪੁਲ ਬਣਾਇਆ ਹੈ। ਪੂਰਬ ਤੋਂ ਪਰ ਨਾਰ ਨਰੇਸਨ, ਇਸ ਪ੍ਰਕਾਰ ਸਤਿਗੁਰੂ ਜੀ ਉਸ ਦੇਸ਼ ਦੇ ਤੱਕ ਪਹੁੰਚੇ ਨੇ ਜਿੱਥੋਂ ਦੀ ਰਾਜ ਭਾਗ ਦੀ ਮਾਲਕ ਇੱਕ ਔਰਤ ਹੈ। ਤਾਹੀ ਕੇ ਮਦ ਗਏ ਗਰਦਾਨੀ, ਉਸ ਨਗਰ ਦੇ ਮਹਾਰਾਜ ਵਿਚਕਾਰ ਪਹੁੰਚ ਗਏ ਨੇ। ਕਾ ਹੀਰ ਭਰੇ ਬਪਨੀ ਕੁਨ, ਇਸ ਪ੍ਰਕਾਰ ਉਥੋਂ ਦੇ ਬੜੇ ਸੁੰਦਰ ਬਾਜ਼ਾਰ ਹਨ, ਬੜੀਆਂ ਸੁੰਦਰ ਮੰਡੀਆਂ ਹੱਟੀਆਂ ਨੇ। ਆਪਨ ਭਾਂਤ ਅਨੇਕਨ ਠਾਨੀ, ਇਸ ਪ੍ਰਕਾਰ ਵੱਖੋ ਵੱਖਰੇ ਤਰੀਕਿਆਂ ਦੀਆਂ ਸੁੰਦਰ ਦੁਕਾਨਾਂ ਚਰਸਤੇ ਆਦਿਕ ਉਸ ਦੇਸ਼ ਦੇ ਹਨ। ਮੈਨ ਭਨੇ ਮਰਦਾਨੇ ਕਬੈ, ਭਾਈ ਮਰਦਾਨਾ ਜੀ ਇਸ ਪ੍ਰਕਾਰ ਜਦੋਂ ਲੰਬਾ ਸਮਾਂ ਤੁਰੇ ਨੇ ਫਿਰ ਸਤਿਗੁਰਾਂ ਅੱਗੇ ਬੇਨਤੀ ਕੀਤੀ ਹੈ। ਮੁਝ ਆਇਸ ਲਿਹੋ ਪਿਗੋ ਕਿਤ ਪਾਨੀ, ਮਹਾਰਾਜ ਮੈਨੂੰ ਆਗਿਆ ਦੇਵੋ, ਮੈਂ ਇਥੋਂ ਕਿਤੇ ਨੇੜੇ ਜਾ ਕਰਕੇ ਪਾਣੀ ਦੀ ਭਾਲ ਕਰਾਂ ਅਤੇ ਜਲ ਛਕ ਲਵਾਂ। ਲਾਗ ਪਾਸ ਰਹੀ ਮੁਖ ਸੂਖਤ, ਮਹਾਰਾਜ ਤੁਰਦੇ ਤੁਰਦੇ ਦਾ ਜਿਹੜਾ ਮੇਰਾ ਮੁਖ ਹੈ ਹੁਣ ਪਿਆਸ ਨਾਲ ਸੁੱਕਣ ਲੱਗਾ ਹੈ। ਆਪ ਚਲੋ ਰਲ ਜਾਏ ਸੰਗਾਨੀ, ਮਹਾਰਾਜ ਆਪ ਜੀ ਤੁਰਦੇ ਰਹੋ, ਮੈਂ ਛੇਤੀ ਦੇ ਨਾਲ ਇਥੋਂ ਜਲ ਛਕ ਕੇ ਆਪ ਜੀਆਂ ਦੇ ਨਾਲ ਰਲ ਜਾਵਾਂਗਾ। ਦੋਹਰਾ ਇਹ ਪਿਤ ਬਦ ਕਰ ਬਦਨ ਤੇ, ਇਸ ਪ੍ਰਕਾਰ ਸਤਿਗੁਰਾਂ ਨੂੰ ਬਚਨ ਬੇਨਤੀਆਂ ਕਰਨ ਲੱਗਾ ਹੈ। ਲੈ ਦੁਖ ਕਦਨ ਰਚਾਏ, ਦੁੱਖਾਂ ਨੂੰ ਕੱਟਣ ਵਾਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਤੋਂ ਆਗਿਆ ਰਹਿ ਕਰਕੇ ਗਇਓ ਸੰਗ ਤਜ ਸਦਨ ਇੱਕ, ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੂੰ ਛੱਡ ਕਰਕੇ ਦੂਰ ਇੱਕ ਘਰ ਦੇ ਵਿੱਚ ਭਾਈ ਮਰਦਾਨਾ ਜੀ ਗਏ ਨੇ। ਜਾਂਚਿਓ ਜਲ ਮੁਝ ਪਿਆਏ, ਜਾ ਕਰਕੇ ਉੱਥੇ ਜਲ ਮੰਗਣਾ ਕੀਤਾ ਹੈ। ਸਵਈਆ ਇੱਕ ਤੀਏ ਹੁਤੀ ਤਨ ਬੋਲ ਲਿਓ, ਉਸ ਘਰ ਦੇ ਅੰਦਰ ਇੱਕ ਔਰਤ ਬੈਠੀ ਹੈ। ਭਾਈ ਮਰਦਾਨੇ ਨੇ ਜਾ ਕਰਕੇ ਦਰਵਾਜ਼ੇ ਅੰਦਰ ਉਹ ਤੋਂ ਪਾਣੀ ਮੰਗਿਆ ਹੈ। ਤੁਮ ਅੰਦਰ ਆਨ ਕਰੋ ਜਲਪਾਨਾ, ਕਹਿਣ ਲੱਗੀ ਹੇ ਪਰਦੇਸੀ ਤੂੰ ਬੜੀ ਦੂਰੋਂ ਆਇਆ ਲੱਗਦਾ ਹੈ, ਅੰਦਰ ਆ ਕੇ ਬੈਠਣਾ ਕਰ। ਕਿਤ ਦੇਸ ਰਹੋ ਕਿਤ ਜਾਵੋਗੇ, ਤੂੰ ਕਿਸ ਦੇਸ਼ ਤੋਂ ਆਇਆ ਹੈ ਤੇ ਕਿੱਥੇ ਜਾ ਰਿਹਾ ਹੈ। ਨਿਜ ਨਾਮ ਬਤਾਵੋ ਭਾਗ ਸੁਜਾਨਾ, ਇਹ ਸ੍ਰੇਸ਼ਟ ਪੁਰਸ਼ ਮੈਨੂੰ ਆਪਣਾ ਨਾਮ ਦੱਸਣਾ ਕਰੋ। ਤਵ ਰੂਪ ਅਪੂਰਤ ਹੇਰਤ ਹੋ, ਜਿਹੜਾ ਤੇਰਾ ਸੁੰਦਰ ਰੂਪ ਹੈ, ਤੇਰਾ ਪਹਿਰਾਵਾ ਸਾਡੇ ਦੇਸ਼ ਵਾਲਾ ਤਾਂ ਨਹੀਂ ਹੈ। ਦੇਵ ਮੈਨ ਭਨੇ ਪੁਨ ਤਾਸਨ ਮਾਨਾ, ਇਸ ਪ੍ਰਕਾਰ ਬੜੇ ਸਤਿਕਾਰ ਬੜੇ ਸਨਮਾਨ ਦੇ ਨਾਲ ਉਹ ਔਰਤ ਨੇ ਵਚਨ ਵਿਲਾਸ ਕੀਤੇ ਨੇ। ਸੁਨਿਓ ਇਹ ਅੰਤਰ ਜਾਤ ਭਇਓ, ਸੁਣ ਕਰਕੇ ਭਾਈ ਮਰਦਾਨਾ ਜੀ ਉਸ ਘਰ ਦੇ ਅੰਦਰ ਗਿਆ ਹੈ। ਤਹ ਬੈਸ ਗਇਓ ਮਚ ਪੈ ਮਰਦਾਨਾ, ਤੇ ਜਾ ਕਰਕੇ ਇੱਕ ਵਿਹੜੇ ਦੇ ਅੰਦਰ ਮੰਜੀ ਪਈ ਹੈ। ਭਾਈ ਮਰਦਾਨੇ ਨੇ ਉੱਥੇ ਬੈਠਣਾ ਕੀਤਾ ਹੈ। ਦੇਸ਼ ਪੰਜਾਬ ਲੱਖੋ ਧਰ ਦੂਰ ਸੋ, ਕਹਿਣ ਲੱਗਾ ਮੈਂ ਬੜੀ ਦੂਰ ਤੋਂ ਜਿਹੜਾ ਮੇਰਾ ਪੰਜਾਬ ਦੇਸ਼ ਹੈ ਉੱਥੋਂ ਆਇਆ ਹਾਂ। ਨਾਮ ਹਮਾਰ ਹੈ ਮਰਦਾਨਾ, ਤੇ ਮੇਰਾ ਨਾਮ ਹੈ ਬੀਬੀ, ਮੈਨੂੰ ਭਾਈ ਮਰਦਾਨਾ ਕਹਿੰਦੇ ਨੇ। ਕੇਵਲ ਕਾਰਨ ਦੇਸਨ ਦੇਖਣ, ਮੇਰਾ ਤਾਂ ਸਿਰਫ ਆਉਣ ਦਾ ਕਾਰਨ ਇਹੀ ਹੈ ਕਿ ਮੈਂ ਦੇਸ਼ਾਂ ਵਿਦੇਸ਼ਾਂ ਦੀ ਯਾਤਰਾ ਦੇਸ਼ਾਂ ਵਿਦੇਸ਼ਾਂ ਨੂੰ ਵੇਖਣ ਵਾਸਤੇ ਕਰ ਰਿਹਾ ਹਾਂ। ਕਾਜ ਦਾ ਅਨਹੇ ਕੀਨ ਪਿਆਨਾ, ਹੋਰ ਮੇਰਾ ਇਸ ਦੇਸ਼ ਅੰਦਰ ਨਗਰ ਅੰਦਰ ਆਉਣ ਦਾ ਕੋਈ ਹੋਰ ਕਾਰਨ ਨਹੀਂ ਹੈ। ਸੋ ਸੁਨ ਪਾਨ ਪਿਆਵਨ ਕੇ, ਇਸ ਪ੍ਰਕਾਰ ਸੁਣ ਕਰਕੇ ਔਰਤ ਭਾਈ ਮਰਦਾਨੇ ਨੂੰ ਪਾਣੀ ਪਿਆਉਣ ਵਾਸਤੇ ਮਿਸਗਰੀਬ ਕੇ ਤਾਂਤ ਮਿਸਗਰੀਬ ਮੈਂ ਤਾਂਤ ਕੋ ਡਾਰ ਬੰਧਾਨਾ, ਪਾਣੀ ਦਾ ਗਲਾਸ ਭਰ ਕੇ ਲਿਆਈ ਹੈ। ਪਾਣੀ ਪਿਆਉਣ ਦੇ ਬਹਾਨੇ ਭਾਈ ਮਰਦਾਨੇ ਦੇ ਗਲ ਅੰਦਰ ਪਹਿਲਾ ਵਾਂਗ ਇੱਕ ਮੰਤਰਾਂ ਵਾਲੀ ਜੋ ਰੱਸੀ ਇੱਕ ਧਾਗਾ ਪਾਇਆ ਹੈ। ਪਿੰਡਕ ਪਲਟੀ ਨਰ ਦੇਖੇ, ਤੇ ਭਾਈ ਮਰਦਾਨਾ ਜੀ ਉਸ ਟੂਣੇ ਦੇ ਨਾਲ ਉਸ ਤੰਤਰ ਮੰਤਰਾਂ ਦੇ ਨਾਲ ਆਪਣੀ ਸੁੱਧ ਬੁੱਧ ਸਾਰੀ ਭੁੱਲ ਚੁੱਕੇ ਨੇ। ਭਇਓ ਮੁਖ ਬੋਲਤ ਆਨਾ, ਭਾਈ
ਮਰਦਾਨੇ ਦਾ ਜਿਹੜਾ ਸੁੰਦਰ ਰੂਪ ਹੈ ਉਹ ਬੜਾ ਭੈੜਾ ਹੋਇਆ ਹੈ, ਕਰੂਪ ਹੋਇਆ ਹੈ। ਤੇ ਭਾਈ ਮਰਦਾਨੇ ਦੀ ਜੋ ਬੋਲਣ ਦੀ ਸ਼ਕਤੀ ਹੈ ਉਹ ਸਾਰੀ ਚਲੀ ਗਈ ਹੈ। ਕਵੀ ਸੰਤੋਖ ਸਿੰਘ ਜੀਆਂ ਨੇ ਇਹ ਪਹਿਲਾਂ ਵਾਲਾ ਹੀ ਜੋ ਵਰਤਾਂਤ ਹੈ, ਪਹਿਲਾਂ ਵਾਲਾ ਇਤਿਹਾਸ, ਇਹ ਦੂਸਰੀ ਵਾਰ ਅਧਿਆਏ ਵਿੱਚ ਫਿਰ ਦਰਜ ਕੀਤਾ ਹੈ ਜੀ। ਚੰਚਲ ਨਾਲ ਚੱਲਦਾ ਹੈ ਸੋ ਕਰਦਾ ਮਨ। ਇਸ ਪ੍ਰਕਾਰ ਔਰਤ ਭਾਈ ਮਰਦਾਨੇ ਦੇ ਗਲ ਵਿੱਚ ਮੰਤਰਾਂ ਵਾਲੀ ਰੱਸੀ ਪਾਈ ਹੈ। ਭਾਈ ਮਰਦਾਨਾ ਸੁੰਦਰ ਰੂਪ ਤੋਂ ਕਰੂਪ ਹੋਇਆ ਹੈ। ਭਾਈ ਮਰਦਾਨੇ ਤੋਂ ਬੋਲਿਆ ਨਹੀਂ ਜਾਂਦਾ, ਐਸੀ ਦਿਸ਼ਾ ਭਾਈ ਮਰਦਾਨੇ ਦੀ ਵੇਖ ਕਰਕੇ ਹੱਸਣ ਲੱਗੀ ਹੈ। ਲੇਕਰ ਤਾਚਨ ਮਾਹੀ ਤੇ ਭਾਈ ਮਰਦਾਨਾ ਧਰਤੀ ਦੇ ਉੱਪਰ ਬੈਠਾ ਹੈ। ਔਰਤ ਨੇ ਉਸ ਰੱਸੀ ਨੂੰ ਗੱਠ ਪਾ ਕੇ ਗਲ ਵਿੱਚ ਬੰਨ੍ਹਣਾ ਕੀਤਾ ਹੈ। ਗਰੀਬ ਵਿਖੇ ਤਨ ਬਾਂਧ ਲਈ ਪੁਨ। ਇਸ ਪ੍ਰਕਾਰ ਭਾਈ ਮਰਦਾਨੇ ਦੇ ਗਲ ਨਾਲ ਉਹ ਰੱਸੀ ਬੰਨ੍ਹ ਲਈ ਹੈ। ਮੇਘ ਕੇ ਸੰਗ ਦਈ ਕਟਦਾਹੀ ਤੇ ਇੱਕ ਕਿੱਲੇ ਦੇ ਨਾਲ ਉਸ ਨੂੰ ਇੱਕ ਕੁੰਡੇ ਦੇ ਨਾਲ ਬੰਨ੍ਹਣਾ ਕੀਤਾ ਹੈ। ਆਪ ਚਲੀ ਘਟ ਸੀਸ ਧਰਾ। ਆਪ ਔਰਤ ਨੇ ਹੱਸਦੀ ਹੱਸਦੀ ਨੇ ਘੜਾ ਚੱਕਿਆ ਹੈ, ਸਿਰ ਤੇ ਰੱਖਿਆ ਹੈ। ਜਲ ਦੇਵਨ ਕੋ ਉਦਪਾਨ ਜਹਾਹੀ। ਜਲ ਲੈਣ ਵਾਸਤੇ ਜਿਸ ਰਸਤੇ ਵੱਲ ਖੂਹ ਹੈ, ਖੂਹ ਵਾਲੇ ਰਸਤੇ ਔਰਤ ਚੱਲੀ ਹੈ। ਬੈਸ ਰਹਿਓ ਬਸ ਹੋਰ ਨਾ ਚੱਲੇ। ਭਾਈ ਮਰਦਾਨਾ ਇਸ ਪ੍ਰਕਾਰ ਆਪਣੇ ਬਲ ਤੋਂ ਹੀਣਾ ਹੋ ਕੇ ਨੀਵੀਂ ਪਾ ਕੇ ਬੈਠਾ ਹੈ। ਕੋਈ ਵੀ ਜ਼ੋਰ ਬਸ ਨਹੀਂ ਚੱਲਦਾ। ਉਸ ਕਾਮਨ ਕੈ ਫਸ ਫਾਸਨ ਮਾਹੀ। ਤੇ ਭਾਈ ਮਰਦਾਨਾ ਸੋਚ ਸੋਚ ਝੂਰਦਾ ਹੈ ਕਿ ਕਿੱਥੇ ਆ ਕੇ ਮੈਂ ਫਸਿਆ ਹਾਂ। ਬਾਲਾ ਕਹੈ ਸੁਨ ਅੰਗਦ ਜੀ। ਭਾਈ ਬਾਲਾ ਜੀ ਇਸ ਪ੍ਰਕਾਰ ਇਤਿਹਾਸ ਸੁਣਾਉਂਦੇ ਕਹਿੰਦੇ ਨੇ ਕਿ ਗੁਰੂ ਅੰਗਦ ਦੇਵ ਮਹਾਰਾਜ ਸੁਣਨਾ ਕਰੋ। ਪਰ ਬਾਹਰ ਬੈਸ ਰਹੇ ਜਗ ਸੁਆਮੀ। ਮੈਂ ਅਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨਗਰ ਤੋਂ ਬਾਹਰ ਬੈਠੇ ਸੀ। ਇੱਕ ਮਹੂਰਤ ਬੀਤ ਗਇਓ। ਜਦੋਂ ਇਸ ਪ੍ਰਕਾਰ ਭਾਈ ਮਰਦਾਨੇ ਨੂੰ ਗਿਆ ਇੱਕ ਘੜੀ ਬਤੀਤ ਹੋ ਚੁੱਕੀ ਹੈ। ਕਿਤ ਜਾਣਤ ਭੇ ਸਭ ਅੰਤਰ ਜਾਮੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਸਤਿਗੁਰੂ ਜੀ ਸਾਰਾ ਇਹ ਵਰਤਾਂਤ ਜਾਣਦੇ ਨੇ। ਐਨ ਭਾਨੇ ਗੁਣ ਐਨ ਪ੍ਰਭੂ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਬੋਲਣਾ ਕੀਤਾ ਹੈ। ਮਰਦਾਨਾ ਨਾ ਆਇਓ ਰਹਿਓ ਕਹਿ ਕਾਮੀ। ਇਸ ਕੰਮ ਭਾਈ ਮਰਦਾਨਾ ਲੱਗ ਗਿਆ ਹੈ, ਜਾਂ ਕੋਈ ਇੱਥੇ ਕਿਸੇ ਕਾਮੇ ਬੰਦੇ ਦੇ ਕੋਲ ਬੈਠਾ ਹੈ, ਜਾਂ ਫਿਰ ਕੋਈ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ ਹੈ, ਸਾਡਾ ਸਾਥ ਛੱਡ ਦਿੱਤਾ ਹੈ। ਭਾਈ ਮਰਦਾਨੇ ਨੇ ਇੰਨੀ ਦੇਰੀ ਲਾਈ ਹੈ, ਵਾਪਸ ਕਿਉਂ ਨਹੀਂ ਆਇਆ? ਕੋਈ ਕਿਤੋਂ ਅਗਲੀ ਬਿਤਤਾ ਸੰਗ। ਕਿਤੇ ਭਾਈ ਮਰਦਾਨੇ ਦੇ ਨਾਲ ਪਹਿਲਾਂ ਵਾਲੀ ਤਾਂ ਨਹੀਂ ਹੋਈ, ਕਿਸੇ ਨੇ ਤੰਤਰਾਂ ਮੰਤਰਾਂ ਦੇ ਨਾਲ ਆਪਣੇ ਵੱਸ ਦਾ ਨਹੀਂ ਕੀਤਾ। ਹੈ ਨਗਰੀ ਸਗਰੀ ਇਹ ਖਾਮੀ। ਇਹ ਭਾਈ ਬਾਲਾ ਇਹ ਵੀ ਉਸੇ ਨਗਰੀ ਦੇ ਵਾਂਗ ਬੜੀ ਭੈੜੀ ਨਗਰੀ ਹੈ। ਇਸ ਨਗਰੀ ਦੇ ਅੰਦਰ ਵੀ ਲੋਕ ਬੜੇ ਤੰਤਰਾਂ ਮੰਤਰਾਂ ਵਾਲੇ ਰਹਿੰਦੇ ਨੇ। ਇੱਥੇ ਵੀ ਟੂਣਿਆਂ ਟਾਮਣਾਂ ਦਾ ਬੜਾ ਜ਼ੋਰ ਹੈ। ਕਿਤੇ ਭਾਈ ਮਰਦਾਨੇ ਨੂੰ ਪਹਿਲਾਂ ਵਾਂਗ ਵੀ ਭਾਈ ਮਰਦਾਨਾ ਪ੍ਰਸ਼ਾਦਾ ਛਕਣ ਵਾਸਤੇ ਗਿਆ ਸੀ ਤੇ ਕਿਸੇ ਨੇ ਭੇਡੂ ਬਣਾ ਕਰਕੇ ਕਿੱਲੇ ਤੇ ਬੰਨ੍ਹ ਲਿਆ ਸੀ। ਹੁਣ ਵੀ ਸਾਥੋਂ ਆਗਿਆ ਲੈ ਕਰਕੇ ਜਲ ਛਕਣ ਵਾਸਤੇ ਗਿਆ ਹੈ। ਕਿਤੇ ਕਿਸੇ ਨੇ ਆਪਣੇ ਵੱਸ ਕਰਕੇ ਭਾਈ ਮਰਦਾਨੇ ਨੂੰ ਬੰਨ੍ਹ ਤਾਂ ਨਹੀਂ ਲਿਆ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲੇ ਦੇ ਨਾਲ ਵਿਚਾਰਾ ਕਰ ਰਹੇ ਨੇ। ਇੱਥੋਂ ਤੱਕ ਅੱਜ ਦੀ ਕਥਾ ਵਿਚਾਰ ਆਈ ਹੈ ਜੀ। ਆਉਣ ਵਾਲੀ ਕਥਾ ਵਿਚਾਰ ਇਤਿਹਾਸ ਕੱਲ੍ਹ ਦੇ ਦੀਵਾਨਾਂ ਵਿੱਚ ਸ਼੍ਰਵਣ ਕਰਾਂਗੇ। ਕੀ ਹੋਇਆ ਹੋਵੇਗਾ ਭਾਈ ਮਰਦਾਨੇ ਦੇ ਨਾਲ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਿਵੇਂ ਜਾ ਕਰਕੇ ਭਾਈ ਮਰਦਾਨੇ ਦੇ ਬੰਧਨ ਕੱਟਣਗੇ, ਇਹ ਤੰਤਰਾਂ ਮੰਤਰਾਂ ਤੋਂ ਛੁਡਾ ਕਰਕੇ ਕੈਸਾ ਇਤਿਹਾਸ ਆਉਣ ਵਾਲੇ ਸਮੇਂ ਵਿੱਚ ਆਵੇਗਾ। ਕੱਲ੍ਹ ਦੀਆਂ ਦੀਵਾਨਾਂ ਵਿੱਚ ਸ਼੍ਰਵਣ ਕਰਨਾ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਦਾ ਇਤਿਹਾਸ ਗੁਰੂ ਦਾ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਬਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ, ਸਮਾਪਤੀ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸੇਤੀ, ਮਨ ਵਜੀਆਂ ਗਾਥਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਕਾ ਬਣਾਈਆ। ਸਬਦੋਤਾ ਗਾਵ ਹਰੀ, ਮੇਰਾ ਮਨ ਜਿਨੀ ਵਸਾਇਆ। ਨਾਨਕ ਆਨੰਦ ਹੋ
ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਵਿਸਾਰੀ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸੋਜੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ, ਸਭ ਕਿਛ ਹੈ ਤਿਸ ਦੇਹ ਸੋ ਪਾਵਈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਈ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਹਰ ਸਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਬੁਝਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟਹੁ ਜੈਸੀਆਂ ਇਹ ਵਡਿਆਈਆਂ। ਕਾਹੈ ਨਾਨਕ ਕੁਸਲ ਹੋ ਸੰਤ ਹੋ ਸ਼ਬਦ ਤਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੀ। ਕਾਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੀ। ਅਨੰਦ ਸਮਹਾਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿ ਦੇ ਪਵਿੱਤ ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਜਿਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ। ਚੰਗਿਆਈਆ ਬੁਰਿਆਈਆ ਵਾਜੈ ਧਰਮ ਹਦੂਰ, ਕਰਨੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ,